गुड मॉर्निंग स्टूडेंट्स। आज असी अपना लैसन सैकेंड सैक्सुअल रीप्रोडक्शन इन फ्लावरिंग प्लांट्स करन जा रहे हैं। बेटे तुसी जिवें +1 दे विच भी कीता है, जिहड़े फ्लावरिंग प्लांट्स हुंदे आ उन्हां नूं एंजियोस्पर्म्स कहंदे हैं और फ्लावरिंग प्लांट्स जिहड़े हैगे उन्हां विच सैक्सुअल रीप्रोडक्शन हुंदी है, क्योंकि जिहड़ा फ्लावर है वो रीप्रोडक्टिव ऑर्गन हैगा या प्लांट का। ते जदों सैक्सुअल रीप्रोडक्शन हुंदी आ फ्लावर्स दे विच ते एंड प्रोडक्ट्स की बनदे हैगे आ, सीड्स एंड फ्रूट जिहड़े आ वो एंड प्रोडक्ट्स बनदे आ। ते इस चैप्टर दे विच असीं मॉर्फोलॉजी, स्ट्रक्चर एंड प्रोसैसेस ऑफ सैक्सुअल रीप्रोडक्शन इन फ्लावरिंग प्लांट्स जिहड़ा आ ओहदे बारे स्टडी करांगे। सो सब तो पहला टॉपिक हैगा आ फ्लावर। फ्लावर की हैगा, इट इज फैसिनेटिंग ऑर्गन ऑफ अ plant and it is fascinating organ of plant and we can also say कि it is fascinating organ of angiosperms। ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੁਰਾਣੇ ਸਮੇਂ ਤੋਂ ਜਿਹੜਾ ਹਿਊਮਨਸ ਹੈਗਾ ਆ ਉਹਨਾਂ ਦਾ ਕਾਫੀ ਜਿਹੜਾ ਫਲਾਵਰ ਹੈਗਾ ਉਹਦੇ ਨਾਲ ਰਿਲੇਸ਼ਨ ਰਿਹਾ ਹੈਗਾ ਆ। ਫਲਾਵਰ ਦੀ ਜਿਹੜੀ ਹੈਗੀ ਆ ਐਸਥੈਟਿਕ, ornamental, social, religious ਤੇ ਕਲਚਰਲ ਜਿਹੜੀ ਆ ਉਹ ਵੈਲਿਊ ਹੈਗੀ ਆ। ਤੇ flowers ਜਿਹੜੇ ਹੈਗੇ ਆ they are always being used as symbols for conveying important human feelings such as love, affection, happiness, grief, mourning, etc. So ਇਸ ਤੋਂ ਬਾਅਦ ਅਸੀਂ ਸਾਡਾ ਫਰਸਟ ਟੌਪਿਕ ਕਰਾਂਗੇ ਸਟਰਕਚਰ ਆਫ ਫਲਾਵਰ। ਬੇਟੀ ਅਸੀਂ ਫਰਸਟ ਚੈਪਟਰ ਦੇ ਵਿੱਚ ਵੀ ਥੋੜਾ ਜਿਹਾ ਇਹਦੇ ਬਾਰੇ ਕੀਤਾ ਸੀਗਾ ਕਿ ਇਹ ਫਲਾਵਰ ਦਾ ਮੈਂ ਡਾਇਗਰਾਮ ਡਰਾ ਕੀਤਾ ਹੋਇਆ ਆ। ਫਲਾਵਰ ਦੀ ਜਿਹੜੀ ਸਟਾਕ ਹੁੰਦੀ ਆ, ਡੰਡੀ ਹੁੰਦੀ ਆ, ਉਹਨੂੰ ਪੈਡੀਸਲ ਕਹਿੰਦੇ ਹੈਗੇ ਆ। ਤੇ ਫਲਾਵਰ ਦਾ ਜਿਹੜਾ ਇਹ ਸੋਲਨ ਪਾਰਟ ਹੈਗਾ ਆ that is known as thalamus। ਤੇ ਜਿਹੜੇ ਗ੍ਰੀਨ ਕਲਰ ਦੀਆਂ ਲੀਵਸ ਹੁੰਦੀਆਂ ਆ ਫਲਾਵਰ ਤੇ ਉਹਨੂੰ ਸੈਪਲਸ ਕਹਿੰਦੇ ਹੈਗੇ ਆ। ਕਲਰ ਜਿਹੜੇ ਫਲਾਵਰ ਹੈਗੀਆਂ ਫਲਾਵਰ ਦੀਆਂ ਪੱਤੀਆਂ ਉਹਨਾਂ ਨੂੰ ਪੈਟਲ ਕਹਿੰਦੇ ਹੈਗੇ ਆ। ਔਰ ਇਹ ਵਾਲਾ ਜਿਹੜਾ ਹੈਗਾ ਆ ਇਹ ਮੇਲ ਰੀਪਰੋਡਕਟਿਵ ਆਰਗਨ ਹੈਗਾ ਆ ਫਲਾਵਰ ਦਾ, ਇਹਨੂੰ ਸਟੇਮਨ ਕਹਿੰਦੇ ਆ। ਔਰ ਇਹਦੇ ਦੋ ਪਾਰਟਸ ਹੁੰਦੇ ਆ, ਐਂਥਰ ਐਂਡ ਸਟਾਕ ਲਾਈਕ ਸਟਰਕਚਰ, ਇਹਨੂੰ ਫਿਲਾਮੈਂਟ ਕਹਿੰਦੇ ਆ। ਤੇ ਉਸ ਤੋਂ ਬਾਅਦ ਆ ਗਿਆ ਕਿ ਇਹ ਜਿਹੜਾ ਹੈਗਾ ਫਲਾਵਰ ਦਾ ਫੀਮੇਲ ਰੀਪਰੋਡਕਟਿਵ ਆਰਗਨ ਹੁੰਦਾ ਆ। ਇਹਦੇ ਤਿੰਨ ਪਾਰਟਸ ਹੁੰਦੇ ਆ, ਸਟਿਗਮਾ, ਸਟਾਈਲ ਐਂਡ ਓਵਰੀ। ਇਹਨੂੰ ਫੀਮੇਲ ਰੀਪਰੋਡਕਟਿਵ ਪਾਰਟ ਨੂੰ ਪਿਸਟਲ, ਕਾਰਪਲ ਜਾਂ ਗਾਇਨੋਸ਼ੀਅਮ ਕਹਿੰਦੇ ਆ। ਹੁਣ ਜਿਹੜਾ ਫਲਾਵਰ ਹੈਗਾ ਆ ਉਹਦੇ ਵਿੱਚ ਜਿਹੜੇ ਵਰਲਸ ਆਫ ਸੈਪਲਸ ਹੁੰਦੇ ਆ, ਕਈ ਸੈਪਲਸ ਲੱਗੇ ਹੁੰਦੇ, ਉਹਨਾਂ ਨੂੰ ਅਸੀਂ ਕੇਲੈਕਸ ਕਹਿ ਦਿੰਦੇ ਆ। ਜਿਹੜੇ ਵਰਲਸ ਆਫ ਪੈਟਲਸ ਹੈਗੇ ਆ ਉਹਨੂੰ ਉਹਦੇ ਲਈ ਅਸੀਂ ਟਰਮ ਕਰੋਲਾ ਯੂਜ਼ ਕਰਦੇ ਆ ਐਂਡ ਵਰਲਸ ਆਫ ਸਟੇਮਨਸ ਨੂੰ ਅਸੀਂ ਐਂਡਰੋਸ਼ੀਅਮ ਕਹਿੰਦੇ ਆ। ਤੇ ਕੇਲੈਕਸ ਔਰ ਜਿਹੜੇ ਕਰੋਲਾ ਹੈਗੇ ਆ ਇਹ ਫਲਾਵਰ ਦੇ ਅਸੈਸਰੀ ਵਾਲਸ ਹੈਗੀਆਂ ਆ ਐਂਡ ਐਂਡਰੋਸ਼ੀਅਮ ਐਂਡ ਗਾਇਨੋਸ਼ੀਅਮ ਜਿਹੜੇ ਹੈਗੇ ਆ ਇਹ ਫਲਾਵਰ ਦੇ ਜਿਹੜੇ ਹੈਗੇ ਆ ਉਹ ਅਸੈਂਸ਼ੀਅਲ ਪਾਰਟ ਹੈਗਾ ਆ। ਉਸ ਤੋਂ ਬਾਅਦ ਅਸੀਂ ਆਪਣਾ ਨੈਕਸਟ ਟੌਪਿਕ ਕਰਾਂਗੇ। ਹੁਣ ਅਸੀਂ ਇਸ ਚੈਪਟਰ ਦੇ ਵਿੱਚ ਫਲਾਵਰ ਦਾ ਮੇਲ ਐਂਡ ਫੀਮੇਲ ਜਿਹੜਾ ਰੀਪਰੋਡਕਟਿਵ ਆਰਗਨ ਹੈਗਾ ਆ ਉਹਦੇ ਬਾਰੇ ਡਿਸਕਸ ਕਰਾਂਗੇ। ਸੋ ਅੱਜ ਮੈਂ ਟੌਪਿਕ ਲਿਆ ਹੈਗਾ ਆ ਫਲਾਵਰ ਦਾ ਜਿਹੜਾ ਸਟੇਮਨ ਹੈ। ਸਟੇਮਨ ਕੀ ਹੈਗਾ ਆ? ਮੇਲ ਰੀਪਰੋਡਕਟਿਵ ਪਾਰਟ ਹੈ ਫਲਾਵਰ ਦਾ। ਜਿਹੜਾ ਸਟੇਮਨ ਹੈਗਾ ਆ, ਸਟੇਮਨ ਜਿਹੜਾ ਆ ਉਹਦੇ ਦੋ ਪਾਰਟਸ ਹੁੰਦੇ ਆ, ਐਂਥਰ ਐਂਡ ਫਿਲਾਮੈਂਟ। ਜਿਵੇਂ ਤੁਸੀਂ ਪਿੱਛੇ ਸਟਰਕਚਰ ਆਫ ਮੈਂ ਫਲਾਵਰ ਦਾ ਡਾਇਗਰਾਮ ਡਰਾ ਕੀਤਾ ਸੀ ਉਹਦੇ ਵਿੱਚ ਵੀ ਦੇਖਿਆ ਹੈਗਾ ਆ। ਤੇ ਤੁਹਾਡਾ ਜਿਹੜਾ ਪੇਜ 21 ਹੈ ਬੁੱਕ ਦਾ, ਉਹਦੇ ਵਿੱਚ ਇਹ ਡਾਇਗਰਾਮ ਹੋਏਗਾ। ਇਹ ਸਟੇਮਨ ਦਾ ਡਾਇਗਰਾਮ ਹੈ, ਤੁਹਾਡੀ ਬੁੱਕ ਦੇ ਪੇਜ ਨੰਬਰ 21 ਦੇ ਵਿੱਚ ਡਰਾ ਕੀਤਾ ਹੋਇਆ ਹੈਗਾ ਆ। ਇਹਦਾ ਜਿਹੜਾ ਇਹ ਵਾਲਾ ਪਾਰਟ ਹੈਗਾ ਆ ਇਹਨੂੰ ਫਿਲਾਮੈਂਟ ਕਹਿੰਦੇ ਆ ਐਂਡ ਦਿਸ ਇਜ਼ ਐਂਥਰ। ਯਾਨੀ ਕਿ ਜਿਹੜਾ ਸਟੇਮਨ ਹੈ ਫਲਾਵਰ ਦਾ ਮੇਲ ਰੀਪਰੋਡਕਟਿਵ ਪਾਰਟ ਹੈ, ਉਹਦੇ ਦੋ ਪਾਰਟਸ ਹੁੰਦੇ ਆ, ਐਂਥਰ ਐਂਡ ਫਿਲਾਮੈਂਟ। ਜਿਹੜਾ ਫਿਲਾਮੈਂਟ ਹੈਗਾ ਆ ਇਹ ਕੀ ਹੈਗਾ ਆ? ਲੌਂਗ ਸਿਲੈਂਡਰ, ਲੌਂਗ ਸਿਲੈਂਡਰ ਸਟਾਕ ਹੈ ਜਿਹੜੀ, ਉਹਨੂੰ ਅਸੀਂ ਕੀ ਕਹਿੰਦੇ ਆ? ਫਿਲਾਮੈਂਟ। ਤੇ ਜਿਹੜਾ ਐਂਥਰ ਹੈਗਾ ਆ ਇਹ ਬਾਈਲੋਬਡ ਸਟਰਕਚਰ ਹੈ।
एंथर की हैगा या एंथर इज अ बाइलोब्ड स्ट्रक्चर। ਤੇ ਇਸੇ ਤਰ੍ਹਾਂ ਹੀ ਤੁਹਾਡੇ ਪੇਜ ਨੰਬਰ 21 ਦੇ ਵਿੱਚ ਇੱਕ ਹੋਰ ਡਾਇਆਗ੍ਰਾਮ ਹੈਗਾ ਆ, ਉਹ ਮੈਂ ਇੱਥੇ ਡਰਾ ਕਰ ਦਿੰਦੀ ਆ। इस तरह ਤੁਹਾਡਾ ਇਹਦੇ ਵਿੱਚ ਡਾਇਆਗ੍ਰਾਮ ਹੈਗਾ ਤੁਹਾਡੀਆਂ ਬੁੱਕਸ ਦੇ ਵਿੱਚ। ਇਹ ਜਿਹੜਾ ਸਟॉक ਲਾਈਕ ਸਟਰਕਚਰ ਹੈ ਫਿਲਾਮੈਂਟ ਹੋ ਗਿਆ। इस तरह का स्ट्रक्चर है ਤੁਹਾਡਾ एंथर का। ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਇਹ ਦੋ ਜਿਹੜੀਆਂ ਲੋਬਸ ਹੈਗੀਆਂ एंथर ਦੀਆਂ, ਦੋ ਲੋਬਸ ਹੈਗੀਆਂ ਤੇ ਇੱਕ ਲੌਂਗੀਟਿਊਡਨਲ ਜਿਹੜੀ ਲੈਂਥ ਵਾਈਜ਼ ਲਾਈਨ ਹੈਗੀ ਆ ਉਹ ਰਨ ਕਰ ਰਹੀ ਆ। ਜਿਹੜੀ ਇਹਦੀ ਇੱਕ ਲੋਬ ਹੈਗੀ ਆ ਉਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਰਹੀ ਆ, that is known as ਥੀਕਾ। एंथर इज बाइलोब। ਈਚ ਜਿਹੜੀ ਲੋਬ ਹੈਗੀ ਹੈ ਉਹਦੇ ਵਿੱਚ ਦੋ ਥੀਕਾ ਹੋ ਗਏ, ਇਸ ਕਰਕੇ ਅਸੀਂ ਇਹਦੇ ਲਈ ਡਾਈਥੀਕਸ ਟਰਮ ਜਿਹੜੀ ਹੈ ਉਹ ਯੂਜ਼ ਕਰਦੇ ਹੈਗੇ ਆ। ਇਹ ਜਿਹੜੀ ਲਾਈਨ ਆਫ ਡਿਸਟੈਂਸ ਹੈਗੀ ਆ ਇਹ ਇੱਕ ਲੋਬ ਨੂੰ ਦੋ ਥੀਕਾ ਜਿਹੜੀ ਆ ਉਹਦੇ ਵਿੱਚ ਡਿਵਾਈਡ ਕਰਦੀ ਹੈ। ਇਸ ਲਈ ਐਂਥਰ ਜਿਹੜਾ ਹੈਗਾ ਆ ਉਹ 4 ਸਾਈਡਡ ਸਟਰਕਚਰ ਹੈਗਾ ਆ ਕੰਸਿਸਟਿੰਗ ਆਫ 4 ਮਾਈਕਰੋ। ਇਹ 4 ਮਾਈਕਰੋਸਪੋਰੈਂਜੀਆ ਹੈਗੇ ਆ ਲੋਕੇਟਡ ਐਟ ਦਾ ਕਾਰਨਰ, 2 in each lobe। ਇਹ ਇੱਕ ਲੋਬ ਹੈ, ਇੱਕ ਲੋਬ ਦੇ ਵਿੱਚ 2 ਮਾਈਕਰੋਸਪੋਰੈਂਜੀਆ ਹੈ। ਔਰ ਇਹ ਜਿਹੜੇ ਮਾਈਕਰੋਸਪੋਰੈਂਜੀਆ ਹੈਗੇ ਆ ਇਹਨਾਂ ਦੇ ਵਿੱਚ ਪੋਲਨ ਗ੍ਰੇਨਸ ਹੁੰਦੇ ਆ, ਪੋਲਨ ਗ੍ਰੇਨਸ। ਸੋ ਬੇਟੀ ਆ ਥੋੜਾ ਜਿਹਾ ਤੁਹਾਡਾ ਇਹਦਾ ਸਟਰਕਚਰ ਹੋ ਗਿਆ ਸਟੇਮਨ ਦਾ। ਉਸ ਤੋਂ ਬਾਅਦ ਨੈਕਸਟ ਅਸੀਂ ਕਰਾਂਗੇ, ਹੁਣ ਅਸੀਂ ਕਿਹਾ ਹੈ ਕਿ ਹਰ ਇੱਕ ਜਿਹੜਾ ਹੈਗਾ ਆ एंथर है ਉਹਦੇ ਵਿੱਚ 4 ਮਾਈਕਰੋਸਪੋਰੈਂਜੀਆ ਹੋਵੇ। और ਜਿਹੜੇ ਇਹ ਮਾਈਕਰੋਸਪੋਰੈਂਜੀਆ ਆ ਦੇ ਡਿਵੈਲਪਸ ਇਨਟੂ ਪੋਲਨ ਸੈਕਸ ਐਂਡ ਪੋਲਨ ਸੈਕਸ ਦੇ ਕੰਟੇਨ ਦਾ ਪੋਲਨ ਗ੍ਰੇਨਸ। ਹੁਣ ਮਾਈਕਰੋਸਪੋਰੈਂਜੀਆ ਟਰਮ ਆਈ ਹੈਗੀ ਹੈ ਤਾਂ ਅਸੀਂ ਸਟਰਕਚਰ ਆਫ ਮਾਈਕਰੋਸਪੋਰੈਂਜੀਆ ਕਰਾਂਗੇ। ਸਾਡਾ ਨੈਕਸਟ ਟੌਪਿਕ ਹੈਗਾ ਆ ਸਟਰਕਚਰ ਆਫ ਮਾਈਕਰੋਸਪੋਰੈਂਜੀਆ। ਤੁਹਾਡੇ ਪੇਜ ਨੰਬਰ 22 ਦੇ ਵਿੱਚ ਜਿਹੜਾ ਮੈਂ ਡਾਇਆਗ੍ਰਾਮ ਡਰਾ ਕਰਨ ਜਾ ਰਹੀ ਹਾਂ ਤੁਹਾਡੀ ਬੁੱਕ ਦੇ ਪੇਜ ਨੰਬਰ 22 ਦੇ ਵਿੱਚ ਇਹ ਡਾਇਆਗ੍ਰਾਮ ਹੈਗਾ ਆ TS ਆਫ ਯੰਗ ਐਂਥਰ। TS ਆਫ ਯੰਗ ਐਂਥਰ ਦਾ ਮੈਂ ਡਾਇਆਗ੍ਰਾਮ ਡਰਾ ਕਰਾਂਗੀ। It is easy diagram. You can draw in your copies. और बेटे डायग्राम्स ਜਿਹੜੇ ਹੈਗੇ ਉਹ ਤੁਸੀਂ ਪ੍ਰੈਕਟਿਸ ਕਰੋਗੇ, ਡਰਾ ਕਰੋਗੇ ਤਾਂ ਉਹ ਤੁਹਾਨੂੰ ਈਜ਼ੀ ਹੋ ਜਾਏਗਾ। ਔਰ ਬਾਇਓ ਦੀ ਤਾਂ ਸਭ ਤੋਂ ਅੱਛੀ ਗੱਲ ਇਹ ਹੈਗੀ ਆ ਕਿ ਇਹ ਡਾਇਗਰਾਮਸ ਵਾਲਾ ਸਬਜੈਕਟ ਹੈਗਾ ਆ ਕਿ ਜੇ ਤੁਸੀਂ ਇੱਕ ਵਾਰ ਡਾਇਗਰਾਮ ਜਿਹੜਾ ਹੈਗਾ ਆ
ਉਹ ਤੁਹਾਨੂੰ ਕਲੀਅਰ ਹੋ ਗਿਆ ਤਾਂ ਤੁਸੀਂ ਆਰਾਮ ਦੇ ਨਾਲ ਉਹ ਕੁਐਸਚਨ ਜਿਹੜਾ ਉਹ ਅਟੈਂਪਟ ਕਰ ਸਕਦੇ ਹੋ, ਉਹਦੇ ਬਾਰੇ ਲਿਖ ਸਕਦੇ ਹੋ। ਇਹ TS ਆਫ ਯੰਗ ਐਂਥਰ ਦਾ ਡਾਇਗਰਾਮ ਮੈਂ ਡਰਾ ਕੀਤਾ ਹੈਗਾ ਆ। ਹੁਣ ਤੁਸੀਂ ਦੇਖੋ ਬੇਟੇ, ਇਹਦੇ ਵਿੱਚ ਇਹਨੂੰ ਅਸੀਂ ਲੇਬਲ ਕਰਾਂਗੇ ਕਨੈਕਟਿਵ ਟਿਸ਼ੂ। ਇਹ ਵਾਲੀ ਜਿਹੜੀ ਆਊਟਰ ਲੇਅਰ ਹੈ ਇਟ ਇਜ਼ ਨੋਨ ਐਜ਼ ਐਪੀਡਰਮਿਸ, this is known as endothelium, at the middle layers cells ਦੀਆਂ layers ਹੋਣਗੀਆਂ। in this one is known as tapetum, और ਇਹ ਕੀ ਹੈਗਾ sporogenous tissue। ਹੁਣ ਇਹ TS ਆਫ ਯੰਗ ਐਂਥਰ ਦਾ ਡਾਇਗਰਾਮ ਬਣਾਇਆ। ਡਾਇਗਰਾਮ ਤੋਂ ਹੀ ਕਲੀਅਰ ਹੋ ਗਿਆ ਕਿ ਇਹ ਜਿਹੜਾ ਐਂਥਰ ਹੈ ਬਾਈਲੋਬ ਹੈਗਾ ਆ, ਔਰ ਹਰ ਇੱਕ ਲੋਬ ਜਿਹੜਾ ਆ ਉਹ ਹੈਗਾ ਆ ਕਿ ਦੋ ਥੀਕਾ ਦੇ ਵਿੱਚ ਡਿਵਾਈਡ ਹੋਇਆ, ਯਾਨੀ ਕਿ ਇੱਕ ਜਿਹੜਾ ਐਂਥਰ ਹੈ ਉਹਦੇ ਵਿੱਚ 4 ਮਾਈਕਰੋਸਪੋਰੈਂਜੀਅਮ ਹੋ ਗਏ। ਠੀਕ ਹੈ ਬੇਟੇ, ਇਹ ਤੁਹਾਡਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਇਹ ਸਪੋਰੋਜੀਨਸ ਟਿਸ਼ੂ ਹੈ ਤੇ ਸੈਲਸ ਹੈ, ਤੇ ਹਰ ਇੱਕ ਜਿਹੜਾ ਸੈੱਲ ਹੈਗਾ ਸਪੋਰੋਜੀਨਸ ਟਿਸ਼ੂ ਦਾ ਉਹਨੂੰ ਅਸੀਂ ਕੀ ਕਹਿੰਦੇ ਹੈਗੇ ਆ ਕਿ ਜਿਵੇਂ ਇੱਥੇ ਸੈਲਸ ਹੈ ਅਸੀਂ ਡਰਾ ਕਰ ਲਿਆ। ਠੀਕ ਹੈ, ਹਰ ਇੱਕ ਜਿਹੜਾ ਸੈੱਲ ਹੈਗਾ ਸਪੋਰੋਜੀਨਸ ਟਿਸ਼ੂ ਦਾ ਉਹਨੂੰ ਮਾਈਕਰੋਸਪੋਰ ਮਦਰ ਸੈੱਲ ਕਹਿੰਦੇ ਆ, ਔਰ ਪੋਲਨ ਮਦਰ ਸੈੱਲ PMC। each cell of sporogenous tissue, ਸਪੋਰੋਜੀਨਸ ਟਿਸ਼ੂ ਦੇ ਹਰ ਇੱਕ ਸੈੱਲ ਜਿਹੜਾ ਹੈਗਾ ਆ ਉਹਨੂੰ ਅਸੀਂ ਕੀ ਕਹਿੰਦੇ ਆ ਮਾਈਕਰੋਸਪੋਰ ਮਦਰ ਸੈੱਲ, ਔਰ ਅਸੀਂ ਉਹਨੂੰ ਪੋਲਨ ਮਦਰ ਸੈੱਲ ਵੀ ਕਹਿ ਦਿੰਦੇ ਆ। PMC। ਹੁਣ ਪੋਲਨ ਮਦਰ ਸੈੱਲ ਹੈਗਾ ਆ, ਉਹਦੇ ਤੋਂ ਕੀ ਬਣਨਗੇ ਮਾਈਕਰੋਸਪੋਰਸ ਬਣਨਗੇ, ਔਰ ਜਿਸ ਪ੍ਰੋਸੈਸ ਦੇ ਨਾਲ ਮਾਈਕਰੋਸਪੋਰਸ ਬਣਦੇ ਆ ਉਸ ਪ੍ਰੋਸੈਸ ਨੂੰ ਮਾਈਕਰੋਸਪੋਰੋਜੀਨੇਸਿਸ ਕਹਿੰਦੇ ਆ। ਜਿਸ ਪ੍ਰੋਸੈਸ ਦੇ ਨਾਲ ਪੋਲਨ ਮਦਰ ਸੈੱਲ ਤੋਂ ਮਾਈਕਰੋਸਪੋਰਸ ਬਣਦੇ ਆ ਉਸ ਪ੍ਰੋਸੈਸ ਨੂੰ ਮਾਈਕਰੋਸਪੋਰੋਜੀਨੇਸਿਸ ਕਹਿ ਦਿੰਦੇ ਆ। ਔਰ ਮਾਈਕਰੋਸਪੋਰਸ ਕੀ ਆ, ਦੇ ਆਰ ਆਲਸੋ ਨੋਨ ਐਜ਼ ਪੋਲਨ ਗ੍ਰੇਨਸ। ਹੁਣ ਜਿਹੜੇ ਮਾਈਕਰੋਸਪੋਰਸ ਬਣੇ ਆ they are arranged in a cluster of 4 cells। ਤੁਹਾਡਾ ਇਹ ਬੁੱਕ ਦੇ ਪੇਜ ਨੰਬਰ 23 ਦੇ ਵਿੱਚ ਇਹ ਡਾਇਗਰਾਮ ਹੈਗਾ ਆ। ਜਿਹੜੇ ਮਾਈਕਰੋਸਪੋਰਸ ਬਣੇ ਆ they are arranged in a cluster of 4 cells, ਔਰ ਇਹਨੂੰ ਅਸੀਂ ਕੀ ਕਹਿੰਦੇ ਆ ਮਾਈਕਰੋਸਪੋਰ ਟੈਟਰਡ। ਔਰ ਪੋਲਨ ਗ੍ਰੇਨ ਟੈਟਰਡ ਕਹਿ ਦਿੱਤਾ। ਤੇ ਜਦੋਂ ਐਂਥਰ ਮੈਚੁਰ ਹੁੰਦਾ ਆ, ਡੀਹਾਈਡਰੇਟ ਹੋ ਜਾਂਦਾ, ਉਹਦੇ ਵਿੱਚੋਂ ਵਾਟਰ ਲਾਸ ਹੁੰਦਾ ਆ, ਤਾਂ ਇਹ ਜਿਹੜੇ ਮਾਈਕਰੋਸਪੋਰ ਟੈਟਰਡ ਦੇ ਵਿੱਚ ਮਾਈਕਰੋਸਪੋਰਸ ਆ ਦੇ ਡੈਸੋਸ਼ੀਏਟ ਐਂਡ ਫਾਰਮ they dissociate from each other and develop into a pollen grains or microspores. So inside each microsporangium several thousands of microspores or pollen grains are formed, and when the anther digests they release from the anther. Next बेटे ਆਪਾਂ टॉपिक लेंदे हैं pollen grain। Pollen grain is also known as microspore। ਤੁਹਾਡੇ पेज नंबर 23 ਦੇ ਵਿੱਚ ਡਾਇਗਰਾਮਸ ਹੈਗੇ ਆ। ਹੁਣ ਜਿਹੜਾ ਮਾਈਕਰੋਸਪੋਰ ਹੈ ਜਾਂ ਪੋਲਨ ਗ੍ਰੇਨ ਹੈਗਾ ਆ ਉਹਦਾ ਇਹ ਸਟਰਕਚਰ ਹੁੰਦਾ ਹੈ। It is prominent double layered structure। ਜਿਹੜੀ outer layer है that is known as axine, inner layer is known as intine, this is nucleus and cytoplasm।
ਹੁਣ ਜਿਹੜੀ ਆਊਟਰ ਲੇਅਰ ਹੈ ਐਗਜ਼ਾਈਨ ਹੈਗੀ ਹੈ, ਇਹ ਜਿਹੜੀ ਹੈਗੀ ਹੈ ਕਾਫੀ ਜਿਹੜਾ ਮੋਸਟ ਰੈਜ਼ਿਸਟੈਂਟ ਆਰਗੈਨਿਕ ਮਟੀਰੀਅਲ ਹੈ ਸਪੋਰੋਪੋਲਿਨਿਨ। ਸਪੋਰੋਪੋਲਿਨਿਨ ਦੀ ਬਣੀ ਹੁੰਦੀ ਆ, ਮੋਸਟ ਰੈਜ਼ਿਸਟੈਂਟ ਮਟੀਰੀਅਲ ਹੈਗਾ ਆ ਐਂਡ ਇਟ ਕੈਨ ਵਿਦਸਟੈਂਡ ਹਾਈ ਟੈਂਪਰੇਚਰਸ ਐਂਡ ਸਟਰੋਂਗ ਐਸਿਡਸ। ਔਰ ਜਿਹੜਾ ਐਗਜ਼ਾਈਨ ਹੈਗਾ ਆ ਉਹਦੇ ਕਿਤੇ ਕਿਤੇ ਉਹ ਐਬਸੈਂਟ ਹੁੰਦਾ ਹੈਗਾ ਆ, ਔਰ ਉਸ ਜਗ੍ਹਾ ਜਿਹੜੀ ਹੈਗੀ ਆ ਉੱਥੇ ਅਪਰਚਰਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਜਰਮ ਪੋਰਸ ਕਹਿੰਦੇ ਹਾਂ। ਜਦੋਂ ਪੋਲਨ ਗ੍ਰੇਨ ਜਰਮੀਨੇਟ ਹੁੰਦਾ ਹੈ ਤਾਂ ਜਿਸ ਜਗ੍ਹਾ ਤੇ ਐਗਜ਼ਾਈਨ ਐਬਸੈਂਟ ਹੈਗੀ ਆ ਉੱਥੋਂ ਪੋਲਨ ਟਿਊਬਸ ਜਿਹੜੀਆਂ ਆ ਉਹ ਨਿਕਲਦੀਆਂ ਹੈਗੀਆਂ ਆ। ਔਰ ਪੋਲਨ ਗ੍ਰੇਨ ਸਪੋਰੋਪੋਲਿਨਿਨ ਐਗਜ਼ਾਈਨ ਜਿਹੜੀ ਹੈਗੀ ਸਪੋਰੋਪੋਲਿਨਿਨ ਦੀ ਬਣੀ ਹੋਣ ਕਰਕੇ ਦੇ ਕੈਨ ਬੀ ਪ੍ਰੀਜ਼ਰਵਡ ਬਿਕਾਜ਼ ਆਫ ਦ ਪ੍ਰੈਜ਼ੈਂਸ ਆਫ ਸਪੋਰੋਪੋਲਿਨਿਨ। ਤੇ ਪੋਲਨ ਗ੍ਰੇਨਸ ਜਿਹੜਾ ਇਹਦਾ ਸ਼ੇਪ ਕਿਹੋ ਜਿਹੀ ਹੁੰਦੀ ਹੈ, ਸਫੈਰਿਕਲ ਹੁੰਦੀ ਹੈ ਔਰ ਇਹਦਾ ਸਾਈਜ਼ ਕਿੰਨਾ ਹੁੰਦਾ 25 to 50 ਮਾਈਕਰੋਮੀਟਰ ਇਨ ਡਾਇਆਮੀਟਰ। ਉਸ ਤੋਂ ਬਾਅਦ ਅੰਦਰਲੀ ਲੇਅਰ ਹੋ ਗਈ ਇੰਟਾਈਨ ਹੋ ਗਈ। ਇੰਟਾਈਨ ਜਿਹੜੀ ਹੈਗੀ ਉਹ ਥਿਨ ਲੇਅਰ ਹੁੰਦੀ ਆ, ਕੰਟੀਨਿਊਸ ਹੁੰਦੀ ਹੈ ਲੇਅਰ ਐਂਡ ਇਟ ਇਜ਼ ਮੇਡ ਅਪ ਆਫ ਸੈਲੂਲੋਜ਼ ਐਂਡ ਪੈਕਟਿਨ। ਜਿਹੜਾ ਸਾਈਟੋਪਲਾਜ਼ਮ ਹੈ ਪੋਲਨ ਗ੍ਰੇਨ ਦਾ ਇਟ ਇਜ਼ ਸਰਾਊਂਡਡ ਬਾय ਦ ਪਲਾਜ਼ਮਾ ਮੈਂਬ੍ਰੇਨ। ਔਰ ਜਦੋਂ ਪੋਲਨ ਗ੍ਰੇਨ ਮੈਚੁਰ ਹੁੰਦਾ ਆ ਤਾਂ ਉਹਦੇ ਕੀ ਹੁੰਦਾ, ਉਹਦੇ ਵਿੱਚ 2 ਸੈਲਸ ਹੁੰਦੇ ਹੈਗੇ ਆ। ਜਿਹੜਾ ਲਾਰਜਰ ਸੈਲ ਹੈਗਾ ਆ that is known as vegetative cell and smaller one is known as generative cell। ਜਦੋਂ ਪੋਲਨ ਜਿਹੜਾ ਹੈ ਉਹ ਮੈਚੁਰ ਹੁੰਦਾ ਹੈਗਾ ਆ ਤਾਂ ਉਹਦੇ ਵਿੱਚ ਕੀ ਹੁੰਦਾ ਆ ਕਿ 2 cells ਹੁੰਦੇ ਆ। vegetative cell is bigger, it has abundant food reserve and has large irregular shaped nucleus। ਤੇ ਜਿਹੜਾ small cell ਹੈ that is known as generative cell, it floats in the cytoplasm of the vegetative cell, it is spindle shaped and it has dense cytoplasm and has a nucleus। so students ਇਹ pollen grain ਦਾ structure ਅਸੀਂ ਅੱਜ discuss ਕੀਤਾ ਹੈਗਾ ਆ। I hope ਕਿ ਤੁਹਾਨੂੰ ਇਹ lecture ਸਮਝ ਆ ਗਿਆ ਹੋਵੇਗਾ। so stay home, stay safe, thank you।